ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬਰੁਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤੀਆਂ ਦੇ ਹਰਮਨ ਪਿਆਰੇ H1B ਵੀਜ਼ਾ ਦੀ ਚੋਣ ਪ੍ਰਕਿਰਿਆ ਪੂਰੀ। ਏਸ਼ੀਆਈ ਲੋਕਾਂ ਵਿਰੁੱਧ ਹਿੰਸਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਬਾਈਡਨ। ਅਮਰੀਕਾ ਰਿਪੋਰਟ ਵਿੱਚ ਭਾਰਤ ਦੀ ਆਲੋਚਨਾ। ਕੈਲੀਫੋਰਨੀਆ ਦਾ ਮਸ਼ਹੂਰ ਮੰਟੇਰੀ ਬੇ ਐਕੁਆਰੀਅਮ ਕੋਰੋਨਾ ਕਾਰਨ ਬੰਦ ਹੋਣ ਤੋਂ ਬਾਅਦ ਖੁੱਲੇਗਾ ਦੁਬਾਰਾ। ਅਮਰੀਕਾ ਬਿਜ਼ਨਸ ਕੰਪਲੈਕਸ ਵਿੱਚ ਗੋਲਾਬਾਰੀ, ਇੱਕ ਬੱਚੇ ਸਮੇਤ 4 ਲੋਕਾਂ ਦੀ ਮੌਤ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਵਿੱਤੀ ਬਰੇ 2022 ਲਈ ਅਮਰੀਕਾ ਨੇ H1B ਵੀਜ਼ੇ ਲਈ ਜਿੰਨਾ ਕੋਟਾ ਤੈਅ ਕੀਤਾ ਸੀ ਉਸ ਲਈ ਬਿਨੇ ਮਿਲ ਚੁੱਕੇ ਹਨ। ਹੁਣ ਅਮਰੀਕਾ ਫੈਡਰਲ ਏਜੰਸੀ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਬਿਨੇ ਦੀ ਸਕਰੀਨਿੰਗ ਕਰ ਰਹੀ ਹੈ। USCIS ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਚੋਣ ਹੋ ਗਈ ਹੈ ਤੇ 1 ਅਪ੍ਰੈਲ 2021 ਤੋਂ ਬਿਨੇ ਪ੍ਰਕਿਰਿਆ ਸ਼ੁਰੂ ਕਰ ਸਕਦੇ ਨੇ। ਦੱਸਣਯੋਗ ਹੈ ਕਿ ਬਾਈਡਨ ਪ੍ਰਸ਼ਾਸਨ ਨੇ ਫਰਵਰੀ 2021 ਵਿੱਚ ਟਰੰਪ ਪ੍ਰਸ਼ਾਸਨ ਦੀ H1B ਨੀਤੀ ਨੂੰ ਕੁਝ ਹੋਰ ਸਮੇਂ ਤੱਕ ਰੋਕਣ ਦਾ ਐਲਾਨ ਕੀਤਾ ਸੀ ਤਾਂ ਕਿ ਇਮੀਗ੍ਰੇਸ਼ਨ ਏਜੰਸੀ ਨੂੰ ਰਜਿਸਟ੍ਰੇਸ਼ਨ ਵਿੱਚ ਤਬਦੀਲ ਕਰਨ ਤੇ ਉਸ ਨੂੰ ਲਾਗੂ ਕਰਨ ਲਈ ਸਮਾਂ ਮਿਲ ਸਕੇ। 7 ਜਨਵਰੀ ਨੂੰ USCIS ਨੇ H1B ਵੀਜ਼ੇ ਲਈ ਰਵਾਇਤੀ ਲਾਟਰੀ ਨੂੰ ਸਿਸਟਮ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਟਰੰਪ ਪ੍ਰਸ਼ਾਸਨ ਦਾ ਨਿਯਮ 9 ਮਾਰਚ ਤੋਂ ਲਾਗੂ ਹੋਣ ਵਾਲਾ ਸੀ। H1B ਵੀਜ਼ਾ ਇੱਕ ਗੈਰ ਬਖਸ਼ਿੰਦਿਆਂ ਲਈ ਵੀਜ਼ਾ ਹੈ। ਉਹ ਕਿਸੇ ਮੁਲਾਜ਼ਮ ਨੂੰ ਅਮਰੀਕਾ 'ਚ 6 ਸਾਲ ਕੰਮ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਾ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਇਹ ਵੀਜ਼ਾ ਅਜਿਹੇ ਕੁਸ਼ਲ ਕਾਮਿਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਅਮਰੀਕਾ ਵਿੱਚ ਕਮੀ ਹੋਵੇ। ਇਸ ਵੀਜ਼ੇ ਲਈ ਕੁਝ ਸ਼ਰਤਾਂ ਵੀ ਨੇ, ਜਿਵੇਂ ਇਸ ਨੂੰ ਪਾਉਣ ਵਾਲੇ ਵਿਅਕਤੀ ਦਾ ਗ੍ਰੈਜੂਏਟ ਹੋਣ ਦੇ ਨਾਲ-ਨਾਲ ਕਿਸੇ ਇੱਕ ਖੇਤਰ ਵਿੱਚ ਵਿਸ਼ੇਸ਼ ਯੋਗਤਾ ਹਾਸਲ ਹੋਣੀ ਚਾਹੀਦੀ ਹੈ। ਨਾਲ ਹੀ ਤਨਖਾਹ ਘੱਟੋ ਘੱਟ $60,000 ਤੇ ਅਰਥਾਤ ਕਰੀਬ 40 ਲੱਖ ਰੁਪਏ ਸਾਲਾਨਾ ਹੋਣੀ ਜ਼ਰੂਰੀ ਹੈ। ਇਸ ਵੀਜ਼ੇ ਦੀ ਇੱਕ ਖਾਸੀਅਤ ਵੀ ਹੈ ਕਿ ਉਹ ਹੋਰ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ 'ਚ ਵਸਣ ਦਾ ਰਾਹ ਵੀ ਸੌਖਾ ਕਰਦਾ ਹੈ। H1B ਵੀਜ਼ਾ ਧਾਰਕ 5 ਸਾਲ ਤੋਂ ਬਾਅਦ ਸਥਾਈ ਨਾਗਰਿਕਤਾ ਲਈ ਬਿਨੇ ਕਰ ਸਕਦਾ ਹੈ। ਇਸ ਵੀਜ਼ੇ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਹਰੇਕ ਸਾਲ ਲਾਟਰੀ ਰਾਹੀਂ ਜਾਰੀ ਕੀਤਾ ਜਾਂਦਾ ਹੈ। H1B ਵੀਜ਼ੇ ਦਾ ਸਭ ਤੋਂ ਜ਼ਿਆਦਾ ਇਸਤੇਮਾਲ TCM, ਵਿਪਰੋ, ਇਨਫੋਸਿਸ ਤੇ ਟੈਕ ਮਹਿੰਦਰਾ ਵਰਗੀ 50 ਤੋਂ ਜ਼ਿਆਦਾ ਭਾਰਤੀ IT ਕੰਪਨੀਆਂ ਤੋਂ ਇਲਾਵਾ ਮਾਈਕਰੋਸਾਫਟ ਤੇ ਗੂਗਲ ਵਰਗੀਆਂ ਵੱਡੀਆਂ ਅਮਰੀਕਾ ਕੰਪਨੀਆਂ ਵੀ ਕਰਦੀਆਂ ਹਨ। ਭਾਰਤੀ IT ਪ੍ਰੋਫੈਸ਼ਨਲ ਵਿਚਾਲੇ H1B ਵੀਜ਼ਾ ਕਾਫੀ ਪ੍ਰਚਲਿਤ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਏਸ਼ੀਆ ਅਮਰੀਕਾ ਭਾਈਚਾਰੇ ਖਿਲਾਫ ਹਿੰਸਾ ਅਤੇ ਵਿਦੇਸ਼ੀਆਂ ਨਾਲ ਨਫ਼ਰਤ ਦੀ ਭਾਵਨਾ ਨਾਲ ਨਜਿੱਠਣ ਲਈ ਹੋਰ ਕਦਮ ਉਠਾਉਣ ਦਾ ਐਲਾਨ ਕੀਤਾ ਹੈ। ਕੀਤੇ ਐਲਾਨ ਵਿੱਚ ਏਸ਼ੀਆ ਮੂਲ ਦੇ ਅਮਰੀਕਾ ਅਤੇ ਪ੍ਰਸ਼ਾਂਤ ਮਹਾਸਾਗਰ ਦੇਸ਼ ਦੇ ਵਾਸੀਆਂ ਤੇ ਵਾਈਟ ਹਾਊਸ ਦੀ ਪਹਿਲ ਨੂੰ ਮੁੜ ਤੋਂ ਸ਼ੁਰੂ ਅਤੇ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਪਹਿਲ ਦਾ ਮਕਸਦ ਏਸ਼ੀਆਈ ਲੋਕਾਂ ਖਿਲਾਫ ਭੇਦਭਾਵ ਅਤੇ ਹਿੰਸਾ ਨਾਲ ਨਜਿੱਠਣਾ ਹੈ। ਬਾਈਡਨ ਨੇ ਟਵੀਟ ਕੀਤਾ, ਅਸੀਂ ਏਸ਼ੀਆਈ ਅਮਰੀਕੀਆਂ ਖਿਲਾਫ ਵੱਧ ਰਹੀ ਹਿੰਸਾ ਦੇ ਮਾਮਲੇ ਵਿੱਚ ਚੁੱਪ ਨਹੀਂ ਬੈਠ ਸਕਦੇ। ਇਸ ਲਈ ਮੈਂ ਅੱਜ ਏਸ਼ੀਆਈ ਵਿਰੋਧੀ ਅਪਰਾਧਾਂ ਨਾਲ ਨਜਿੱਠਣ ਲਈ ਨਿਆਂ ਵਿਭਾਗ ਵਿੱਚ ਇੱਕ ਪਹਿਲ ਸ਼ੁਰੂ ਕਰਨ ਸਣੇ ਹੋਰ ਕਦਮ ਚੁੱਕਣ ਜਾ ਰਿਹਾ ਹੈ। ਇਹ ਹਮਲੇ ਗਲਤ ਹਨ, ਅਮਰੀਕਾ ਦੀ ਭਾਵਨਾ ਦੇ ਉਲਟ ਹਨ ਅਤੇ ਇਹਨਾਂ ਨੂੰ ਰੋਕਣਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਏਸ਼ੀਆਈ ਅਮਰੀਕੀਆਂ ਖਿਲਾਫ ਨਫ਼ਰਤ ਦੀ ਭਾਵਨਾ ਖਤਮ ਕਰਨ ਲਈ COVID-19 ਇਕੁਇਟੀ ਟਾਸਕ ਫੋਰਸ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਟਵੀਟ ਕੀਤਾ, ਸਾਡੇ ਵਿੱਚੋਂ ਕਿਸੇ ਇੱਕ ਦਾ ਵੀ ਨੁਕਸਾਨ ਕਰਨਾ ਸਾਡੇ ਸਾਰਿਆਂ ਦਾ ਨੁਕਸਾਨ ਕਰਨਾ ਹੈ। ਹੈਰਿਸ ਨੇ ਕਿਹਾ, ਸਾਡਾ ਪ੍ਰਸ਼ਾਸਨ ਏਸ਼ੀਆਈ ਅਮਰੀਕਾ ਭਾਈਚਾਰੇ ਖਿਲਾਫ ਵੱਧਦੀ ਹਿੰਸਾ ਨਾਲ ਨਜਿੱਠਣ ਲਈ ਕਦਮ ਚੁੱਕ ਰਿਹਾ ਹੈ। ਅਮਰੀਕਾ ਵਿੱਚ ਜੋ ਬਾਈਡਨ ਪ੍ਰਸ਼ਾਸਨ ਵੱਲੋਂ ਜਨਤਕ ਕੀਤੀਆਂ ਗਈਆਂ ਮਨੁੱਖੀ ਅਧਿਕਾਰ ਰਿਪੋਰਟਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਭਾਰਤ ਦੀ ਕਈ ਮੁੱਦਿਆਂ ਤੇ ਆਲੋਚਨਾ ਕੀਤੀ ਗਈ। ਰਿਪੋਰਟ ਵਿੱਚ ਜੰਮੂ ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ ਉਠਾਏ ਗਏ ਮਨੁੱਖੀ ਹਿੱਤਾਂ ਲਈ ਕਦਮ ਦੀ ਤਾਰੀਫ ਕੀਤੀ ਗਈ ਤਾਂ ਪ੍ਰੈਸ ਦੀ ਆਜ਼ਾਦੀ, ਗੈਰ ਕਾਨੂੰਨੀ ਹੱਤਿਆਵਾਂ, ਪ੍ਰਗਟਾਵੇ ਦੀ ਆਜ਼ਾਦੀ ਅਤੇ ਧਾਰਮਿਕ ਆਜ਼ਾਦੀ ਨੂੰ ਲੈ ਕੇ ਭਾਰਤ ਦੀ ਆਲੋਚਨਾ ਵੀ ਕੀਤੀ ਗਈ। ਪ੍ਰਕਾਸ਼ਿਤ 2020 ਕੰਟਰੀਜ਼ ਰਿਪੋਰਟਸ ਔਨ ਹਿਊਮਨ ਰਾਈਟਸ ਪ੍ਰੈਕਟਿਸਸ ਦੀ ਰਿਪੋਰਟ ਵਿੱਚ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿੱਚ ਮਨੁੱਖੀ ਅਧਿਕਾਰ ਦੀ ਹਾਲਤ ਨੂੰ ਲੈ ਕੇ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਰਿਪੋਰਟ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੇਸ਼ ਕੀਤਾ ਹੈ। ਅਮਰੀਕੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੰਮੂ ਕਸ਼ਮੀਰ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਹੈ ਅਤੇ ਮਨੁੱਖੀ ਅਧਿਕਾਰ ਦੀ ਸਥਿਤੀ ਵਿੱਚ ਵੀ ਕਾਫੀ ਸੁਧਾਰ ਦਰਜ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਭਾਰਤ ਸਰਕਾਰ ਨੇ ਸੁਰੱਖਿਆ ਅਤੇ ਸੰਚਾਰ ਸੰਬੰਧੀ ਪਾਬੰਦੀਆਂ ਹਟਾ ਲਈਆਂ ਨੇ, ਜਿਸ ਕਾਰਨ ਸਥਿਤੀ ਵਿੱਚ ਕਾਫੀ ਸੁਧਾਰ ਆਇਆ ਹੈ। ਸਰਕਾਰ ਕਸ਼ਮੀਰ ਦੀ ਸਥਿਤੀ ਨੂੰ
ਆਮ ਕਰਨ ਲਈ ਕਾਫੀ ਯਤਨ ਕਰ ਰਹੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਜ਼ਿਆਦਾਤਰ ਸਿਆਸੀ ਵਰਕਰਾਂ ਨੂੰ ਹਿਰਾਸਤ ਤੋਂ ਰਿਹਾ ਕਰ ਦਿੱਤਾ ਹੈ। ਹਾਲਾਂਕਿ ਰਿਪੋਰਟ ਵਿੱਚ ਕੁਝ ਮੁੱਦਿਆਂ ਤੇ ਭਾਰਤ ਸਰਕਾਰ ਦੀ ਕੰਮ ਕਰਨ ਦੀ ਯੋਜਨਾ ਤੇ ਸਵਾਲ ਚੁੱਕੇ ਹਨ, ਜਿਸ ਵਿੱਚ 1 ਦਰਜਨ ਤੋਂ ਜ਼ਿਆਦਾ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮੁੱਦੇ ਸ਼ਾਮਲ ਹਨ, ਜਿਨ੍ਹਾਂ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਕਤਲ, ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਤਸੀਹੇ ਦਿੱਤੇ ਜਾਣੇ ਸ਼ਾਮਲ ਨੇ। ਕੈਲੀਫੋਰਨੀਆ 'ਚ ਸਮੁੰਦਰੀ ਲਾਈਫ ਦੇ ਦਰਸ਼ਨ ਕਰਵਾਉਣ ਵਾਲਾ ਮਸ਼ਹੂਰ ਮੌਂਟੇਰੀ ਬੇ ਐਕੁਆਰੀਅਮ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਕਰੀਬਨ 14 ਮਹੀਨਿਆਂ ਲਈ ਬੰਦ ਰਹਿਣ ਤੋਂ ਬਾਅਦ ਆਪਣੇ ਦਰਵਾਜ਼ੇ ਦੁਬਾਰਾ ਖੋਲ੍ਹ ਰਿਹਾ ਹੈ। ਇਸ ਸੰਸਥਾ ਦੀ ਵੈਬਸਾਈਟ ਤੇ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੇ ਵੇਰਵਿਆਂ ਅਨੁਸਾਰ ਮੌਂਟੇਰੀ ਬੇ ਐਕੁਆਰੀਅਮ ਇਸ ਦੇ ਮੈਂਬਰਾਂ ਲਈ 1 ਮਈ ਨੂੰ ਅਤੇ ਸਾਰੇ ਮਹਿਮਾਨਾਂ ਲਈ 15 ਮਈ ਨੂੰ ਦੁਬਾਰਾ ਖੁੱਲ ਰਿਹਾ ਹੈ। ਇਸ ਐਕੁਆਰੀਅਮ ਦੇ ਪ੍ਰਸਿੱਧ ਪ੍ਰਦਰਸ਼ਨ ਜੋ ਕਿ ਮਾਰਚ 2020 ਵਿੱਚ ਕਰੋਨਾ ਕਾਰਨ ਲੋਕਾਂ ਲਈ ਬੰਦ ਹੋ ਗਏ ਸਨ, ਵਿੱਚ ਸ਼ਾਰਕ, ਪੈਨਗੁਇਨ, ਜੈਲਫਿਸ਼ ਅਤੇ 1-2 ਮੰਜ਼ਿਲਾ ਸਮੁੰਦਰੀ ਓਟਰ ਟੈਂਕ ਆਦਿ ਸ਼ਾਮਲ ਹਨ। ਸ਼ਾਨਦਾਰ ਢੰਗ ਨਾਲ ਤਿਆਰ ਕੀਤੀ ਗਈ ਮੌਂਟੇਰੀ ਬੇ ਦੀ ਇਮਾਰਤ ਸਮੁੰਦਰੀ ਲਾਈਫ ਦੇ ਬਹੁਤ ਵਧੀਆ ਨਜ਼ਾਰੇ ਪੇਸ਼ ਕਰਦੀ ਹੈ। ਐਕੁਆਰੀਅਮ ਦੇ ਦੁਬਾਰਾ ਖੁੱਲਣ ਤੋਂ ਬਾਅਦ ਇਸ ਦਾ ਰਾਖਵਾਂਕਰਨ ਕਰਨਾ ਜ਼ਰੂਰੀ ਹੋਵੇਗਾ, ਜਿਸ ਲਈ ਇਸ ਦੇ ਮੈਂਬਰ 26 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਅਤੇ ਹਰ ਕੋਈ ਵੀ 5 ਮਈ ਸਵੇਰੇ 9 ਵਜੇ ਤੋਂ ਟਿਕਟ ਰਿਜ਼ਰਵੇਸ਼ਨ ਕਰ ਸਕਦੇ ਹਨ। ਕੋਰੋਨਾ ਤੋਂ ਸੁਰੱਖਿਆ ਕਾਰਨਾਂ ਕਰਕੇ ਇਸ ਸਮੇਂ ਸੀਮਤ ਗਿਣਤੀ ਵਿੱਚ ਮਹਿਮਾਨਾਂ ਨੂੰ ਐਕੁਆਰੀਅਮ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ। 3 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਹਿਮਾਨਾਂ ਨੂੰ ਆਪਣਾ ਮੂੰਹ ਢੱਕਣਾ ਜ਼ਰੂਰੀ ਹੋਵੇਗਾ। ਇੱਕ ਪਰਿਵਾਰ ਜਾਂ ਘਰੇਲੂ ਸਮੂਹ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਅਤੇ ਦੂਜੀਆਂ ਪਾਰਟੀਆਂ ਅਤੇ ਐਕੁਆਰੀਅਮ ਸਟਾਫ ਵਿੱਚ ਘੱਟੋ-ਘੱਟ 6 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੈਂਡ ਸੈਨੀਟਾਈਜ਼ਿੰਗ ਸਟੇਸ਼ਨ ਸਾਰੀ ਸਹੂਲਤ ਵਿੱਚ ਉਪਲਬਧ ਹਨ। ਸਪੇਨ ਦੀ ਸਰਕਾਰ ਨੇ ਯੂਰਪੀਅਨ ਸੰਘ ਅਤੇ ਸ਼ੈਂਗਨ ਖੇਤਰ ਤੋਂ ਬਾਹਰ ਦੇ ਦੇਸ਼ਾਂ ਵਿੱਚ ਯਾਤਰਾ ਕਰਨ ਤੇ ਪਾਬੰਦੀਆਂ ਨੂੰ 1 ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਸਪੇਨ ਦੇ ਸਰਕਾਰੀ ਸਟੇਟ ਬੁਲੇਟਿਨ ਮੁਤਾਬਕ 31 ਮਾਰਚ ਨੂੰ ਖਤਮ ਹੋਣ ਵਾਲੀ ਇਸ ਮਿਆਦ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਜਾਵੇਗਾ। BOE ਨੇ ਕਿਹਾ ਕਿ ਇਹ ਪਾਬੰਦੀ ਚੱਲ ਰਹੀ ਹੈ ਕੋਵਿਡ-19 ਮਹਾਮਾਰੀ ਦੌਰਾਨ ਜਨਤਕ ਵਿਵਸਥਾ ਅਤੇ ਸਿਹਤ ਲਈ ਯੂਰਪੀ ਸੰਘ ਜਾਂ ਸੰਬੰਧਿਤ ਸ਼ੈਂਗਨ ਮੁਲਕਾਂ ਤੋਂ ਬਾਹਰ ਦੇ ਤੀਜੇ ਮੁਲਕਾਂ ਵਿਚਾਲੇ ਗੈਰ ਜ਼ਰੂਰੀ ਯਾਤਰਾ ਤੇ ਹੈ। BOE ਨੇ ਇਹ ਵੀ ਕਿਹਾ ਕਿ ਬ੍ਰਿਟੇਨ ਤੋਂ ਸਪੈਨਿਸ਼ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀ ਯਾਤਰਾ ਤੇ ਪਾਬੰਦੀ 31 ਮਾਰਚ ਤੋਂ ਅੱਗੇ ਵਧਾਈ ਨਹੀਂ ਜਾਵੇਗੀ। ਇਸ ਨਾਲ ਗੈਰ ਸਪੈਨਿਸ਼ ਨਾਗਰਿਕਾਂ ਜਾਂ ਦੇਸ਼ ਦੇ ਵਾਸੀਆਂ ਲਈ ਦੋਹਾਂ ਮੁਲਕਾਂ ਦਰਮਿਆਨ ਯਾਤਰਾ ਨੂੰ 1 ਅਪ੍ਰੈਲ ਤੋਂ ਮੁੜ ਸ਼ੁਰੂ ਕੀਤਾ ਜਾ ਸਕੇ। ਦੇਸ਼ ਦੇ ਸਿਹਤ ਮੰਤਰਾਲੇ ਮੁਤਾਬਕ ਸਪੇਨ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 32 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਅਤੇ 75 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਤੋੜ ਲਈ ਟੀਕਾ ਬਣਾਉਣ ਵਾਲੀ ਕੰਪਨੀ ਫਾਈਜ਼ਰ ਦਾ ਕਹਿਣਾ ਹੈ ਕਿ ਇਸ ਦਾ ਕੋਵਿਡ-19 ਟੀਕਾ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਬਿਮਾਰੀ ਨੂੰ ਰੋਕਣ ਲਈ 100% ਪ੍ਰਭਾਵਸ਼ਾਲੀ ਹੈ। ਇਸ ਦਾ ਟੀਕਾ 2 ਖੁਰਾਕਾਂ ਵਿੱਚ ਦਿੱਤਾ ਜਾਂਦਾ ਹੈ। ਇਹ 16 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਐਮਰਜੈਂਸੀ ਵਰਤੋਂ ਲਈ ਪਹਿਲਾਂ ਹੀ ਅਧਿਕਾਰਤ ਕੀਤਾ ਗਿਆ ਹੈ। ਫਾਈਜ਼ਰ ਦੇ CEO ਐਲਬਰਟ ਬੋਰੋਲਾ ਅਨੁਸਾਰ ਕੰਪਨੀ ਆਉਣ ਵਾਲੇ ਹਫ਼ਤਿਆਂ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਪ੍ਰਾਪਤ ਕਰਨ ਦੀ ਬੇਨਤੀ ਦੀ ਯੋਜਨਾ ਬਣਾ ਰਹੀ ਹੈ। ਇਸ ਸੰਬੰਧੀ ਪ੍ਰੀਖਣ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਇੱਕ ਖਬਰ ਜਾਰੀ ਕਰਦਿਆਂ ਐਲਾਨ ਕੀਤਾ ਗਿਆ ਤੇ ਅਮਰੀਕਾ ਵਿੱਚ ਫਾਈਜ਼ਰ ਟੀਕੇ ਦੇ ਟ੍ਰਾਇਲ ਵਿੱਚ 2200 ਤੋਂ ਵੱਧ ਕਿਸ਼ੋਰਾਂ ਨੂੰ ਦਾਖਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਲਗਭਗ ਅੱਧਿਆਂ ਨੂੰ ਅਸਲ ਸ਼ਾਟ ਮਿਲੇ, ਜਦੋਂ ਕਿ ਦੂਸਰੇ ਬੱਚਿਆਂ ਨੂੰ ਪਲੇਸਬੋ ਸ਼ਾਟ ਦਿੱਤੇ ਗਏ। ਫਾਈਜ਼ਰ ਅਨੁਸਾਰ ਕੋਵਿਡ-19 ਦੇ 18 ਕੇਸ ਪਲੇਸਬੋ ਲੱਗਣ ਵਾਲੇ ਕਿਸ਼ੋਰਾਂ ਵਿੱਚ ਪਾਏ ਗਏ। ਇਸ ਤੋਂ ਇਲਾਵਾ ਫਾਈਜ਼ਰ 6 ਮਹੀਨੇ ਤੋਂ 11 ਸਾਲ ਦੇ ਬੱਚਿਆਂ ਵਿੱਚ ਵੀ ਟੀਕੇ ਦੀ ਪ੍ਰਭਾਵਸ਼ਾਲੀਤਾ ਬਾਰੇ ਅਧਿਐਨ ਕਰ ਰਿਹਾ ਹੈ ਅਤੇ ਇਸ ਪ੍ਰੀਖਣ ਦੇ ਸੰਬੰਧ ਵਿੱਚ ਪਹਿਲੀ ਖੁਰਾਕ ਪਿਛਲੇ ਹਫ਼ਤੇ ਦਿੱਤੀ ਗਈ ਸੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ਵਿੱਚ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਹਮਲਾ ਬੁੱਧਵਾਰ ਸ਼ਾਮ ਦਾ ਹੈ, ਜਿਸ ਵਿੱਚ ਇੱਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਖਬਰ ਮੁਤਾਬਕ ਘਟਨਾ ਕੈਲੀਫੋਰਨੀਆ ਦੀ ਔਰੇਂਜ ਸਿਟੀ ਦੇ ਇੱਕ ਬਿਜ਼ਨਸ ਕੰਪਲੈਕਸ ਦੀ ਹੈ। ਇਸ ਘਟਨਾ ਵਿੱਚ 2 ਵਿਅਕਤੀ ਜ਼ਖਮੀ ਵੀ ਹੋਏ ਹਨ। ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। ਔਰੇਂਜ ਸਿਟੀ ਪੁਲਿਸ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹਨਾਂ ਨੂੰ ਇੱਕ ਵਿਅਕਤੀ ਦੁਆਰਾ 202W ਲਿੰਕਨ ਐਵਨਿਊ ਵਿੱਚ ਗੋਲੀ ਚਲਾਉਣ ਦੀ ਸੂਚਨਾ ਮਿਲੀ ਸੀ। ਇਸ ਬਿਜ਼ਨਸ ਕੰਪਲੈਕਸ ਵਿੱਚ ਛੋਟੇ ਵੱਡੇ ਬਿਜ਼ਨਸ ਦੇ ਕਈ ਦਫ਼ਤਰ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਟਲਾਂਟਾ ਖੇਤਰ ਦੇ ਸਪਾ ਵਿੱਚ ਗੋਲਾਬਾਰੀ ਦੀ ਇੱਕ ਘਟਨਾ ਵਾਪਰੀ ਸੀ, ਜਿਸ ਵਿੱਚ 8 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 6 ਭਾਰਤੀ ਮੂਲ ਦੇ ਸਨ। ਇਸ ਘਟਨਾ ਦੇ 6 ਦਿਨ ਬਾਅਦ ਬੋਲਡਰ ਸ਼ਹਿਰ ਵਿੱਚ ਇੱਕ ਹੋਰ ਘਟਨਾ ਵਾਪਰੀ, ਜਿੱਥੇ ਇੱਕ ਵਿਅਕਤੀ ਨੇ ਇੱਕ ਸੁਪਰਮਾਰਕੀਟ ਵਿੱਚ ਗੋਲਾਬਾਰੀ ਕੀਤੀ, ਜਿਸ ਵਿੱਚ 10 ਲੋਕ ਮਾਰੇ ਗਏ ਸਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਜੋੜੇ ਨੂੰ ਵਧਾਈ ਦੇਣ ਪਹੁੰਚੇ, ਪਰ ਇੱਥੇ ਵੀ ਉਹ ਆਪਣੇ ਸਿਆਸੀ ਉੱਤਰਾਧਿਕਾਰੀ ਜੋ ਬਾਈਡਨ ਸੰਬੰਧੀ ਗੱਲ ਕਰਨ ਲੱਗੇ। ਟਰੰਪ ਵਾਈਟ ਹਾਊਸ ਛੱਡਣ ਤੋਂ ਬਾਅਦ ਫਲੋਰੀਡਾ ਦੇ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਰਹਿ ਰਹੇ ਹਨ। ਇਸ ਰਿਜ਼ੋਰਟ ਵਿੱਚ ਉਹ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਵਿਆਹ ਵਿੱਚ ਪਹੁੰਚੇ ਟਰੰਪ ਨੇ ਸਵਾਲ ਕੀਤਾ ਕਿ ਕੀ ਤੁਸੀਂ ਲੋਕ ਮੈਨੂੰ ਯਾਦ ਕਰਦੇ ਹੋ। ਰਿਪੋਰਟ ਮੁਤਾਬਕ ਟਰੰਪ ਆਪਣੇ ਪੁਰਾਣੇ ਦੋਸਤ ਮੇਗਨ ਨੋਡਰਰ ਅਤੇ ਜਾਨ ਐਰੀਗੋ ਦੇ ਵਿਆਹ ਵਿੱਚ ਪਹੁੰਚੇ ਸਨ। ਟਰੰਪ ਨੇ ਆਪਣੇ ਵਧਾਈ ਵਾਲੇ ਭਾਸ਼ਣ ਦੀ ਵਰਤੋਂ ਆਪਣੇ ਉੱਤਰਾਧਿਕਾਰੀ ਜੋ ਬਾਈਡਨ ਦੇ ਨਿਸ਼ਾਨਾ ਵਿੰਨਣ ਵਿੱਚ ਕੀਤੀ। ਟਰੰਪ ਨੇ ਭਾਸ਼ਣ ਵਿੱਚ ਅਮਰੀਕਾ, ਮੈਕਸੀਕੋ ਸਰਹੱਦ, ਚੀਨ ਅਤੇ ਈਰਾਨ ਸਣੇ तमाम ਮੁੱਦਿਆਂ ਤੇ ਬਾਈਡਨ ਨੂੰ ਘੇਰਿਆ। ਟਰੰਪ ਨੇ ਸਰਹੱਦ ਤੇ ਮੁਕਾਬਲੇ ਨੂੰ ਲੈ ਕੇ ਆਖਿਆ ਕਿ ਸਾਡੇ ਬੱਚਿਆਂ ਨਾਲ ਕੀ ਹੋ ਰਿਹਾ ਹੈ ਉਹ ਬਹੁਤ ਹੀ ਭਿਆਨਕ ਹਾਲਾਤਾਂ ਵਿੱਚ ਰਹਿ ਰਹੇ ਨੇ, ਅਜਿਹਾ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਬਾਈਡਨ ਨੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਰਿਫਿਊਜੀਆਂ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਟਰੰਪ ਦੀ ਇਸ ਗੱਲ ਨੂੰ ਲੈ ਕੇ ਆਲੋਚਨਾ ਹੁੰਦੀ ਰਹੀ ਹੈ ਕਿ ਰਿਫਿਊਜੀਆਂ ਤੇ ਉਹਨਾਂ ਦੀ ਨੀਤੀ ਨਾਲ ਸਰਹੱਦ ਤੇ ਕਈ ਪਰਿਵਾਰਾਂ ਦੇ ਮੈਂਬਰ ਇੱਕ ਦੂਜੇ ਤੋਂ ਵਿਛੜ ਗਏ ਅਤੇ ਬੱਚਿਆਂ ਨੂੰ ਪਿੰਜਰਿਆਂ ਵਿੱਚ ਰੱਖਿਆ ਗਿਆ। ਟਰੰਪ ਨੇ ਨਵੰਬਰ ਮਹੀਨੇ ਵਿੱਚ ਚੋਣਾਂ ਤੇ ਇੱਕ ਵਾਰ ਤੋਂ ਸਵਾਲ ਖੜੇ ਕੀਤੇ ਤੇ ਆਖਿਆ ਕਿ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿੱਚ ਹੇਰ-ਫੇਰ ਹੋਈ ਸੀ। ਹਾਲਾਂਕਿ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਬਾਈਡਨ ਤੋਂ 70 ਲੱਖ ਵੋਟਾਂ ਘੱਟ ਹੋਣ ਕਰਕੇ ਹਾਰ ਗਏ ਸਨ ਅਤੇ ਚੋਣਾਂ ਦੇ ਨਤੀਜਿਆਂ ਨੂੰ ਗੈਰ ਕਾਨੂੰਨੀ ਸਾਬਤ ਕਰਨ ਦੀ ਉਹਨਾਂ ਦੀ ਹਰ ਕੋਸ਼ਿਸ਼ ਨਾਕਾਮ ਰਹੀ। ਭਾਸ਼ਣ ਦੇ ਆਖਰ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਨੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ। ਟਰੰਪ ਨੇ ਆਖਿਆ ਕਿ ਤੁਸੀਂ ਬੇहद ਸ਼ਾਨਦਾਰ ਅਤੇ ਖੂਬਸੂਰਤ ਕਪਲ ਹੋ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਦੇਸ਼ 'ਚ ਪੁੱਜ ਚੁੱਕੇ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੁਹੱਲਤ 'ਚ 31 ਅਗਸਤ 2021 ਤੱਕ ਵਾਧਾ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਿਦੇਸ਼ਾਂ ਤੋਂ ਇਮੀਗ੍ਰਾਂਟ ਆਉਣ ਵਿੱਚ ਰੁਕਾਵਟ ਜਾਰੀ ਰਹਿਣ ਕਾਰਨ ਕੈਨੇਡਾ ਸਰਕਾਰ ਵੱਲੋਂ ਦੇਸ਼ ਦੇ ਮੌਜੂਦਾ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇਣ ਅਤੇ ਪੱਕੇ ਹੋਣ ਦੇ ਵੱਖ-ਵੱਖ ਮੌਕੇ ਦਿੱਤੇ ਜਾ ਰਹੇ ਨੇ। ਇਸ ਤਹਿਤ ਸੈਲਾਨੀਆਂ ਵਾਸਤੇ ਬੀਤੇ ਸਾਲ 24 ਅਗਸਤ ਨੂੰ ਵਰਕ ਪਰਮਿਟ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਅਤੇ ਜੌਬ ਆਫਰ ਨਾਲ ਅਪਲਾਈ ਕਰਨ ਵਾਸਤੇ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ। ਉਸ ਮੁਹੱਲਤ 'ਚ ਹੁਣ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਕਿ ਇਸ ਯੋਜਨਾ ਦਾ ਹਰੇਕ ਸੈਲਾਨੀ ਵੀਜ਼ਾ ਧਾਰਕ ਨੂੰ ਫਾਇਦਾ ਮਿਲ ਸਕਦਾ ਹੈ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਐਲਾਨ ਮੁਤਾਬਕ ਜੋ ਵੀ ਵਿਅਕਤੀ ਕੈਨੇਡਾ 'ਚ ਮੌਜੂਦ ਹਨ ਤੇ ਉਹਨਾਂ ਦੀ ਦੇਸ਼ ਦੀ ਅਰਜ਼ੀ ਠਹਿਰ ਦਾ ਸਮਾਂ ਅਜੇ ਖਤਮ ਨਹੀਂ ਹੋਇਆ, ਉਹ ਆਪਣੇ ਵਾਸਤੇ ਇੰਪਲੋਇਰ ਲੱਭ ਕੇ ਵਰਕ ਪਰਮਿਟ ਵਾਸਤੇ ਅਰਜ਼ੀ ਦੇ ਸਕਦੇ ਨੇ। ਆਸਟ੍ਰੇਲੀਆ ਦਾ ਵਿਕਟੋਰੀਆ ਆਪਣੇ ਹੋਟਲ ਕੁਆਰੰਟਾਈਨ ਪ੍ਰੋਗਰਾਮ ਨੂੰ ਮੁੜ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਉੱਥੇ 8 ਅਪ੍ਰੈਲ ਤੋਂ ਸੂਬੇ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਿਹਾ ਹੈ। ਅੰਤਰਰਾਸ਼ਟਰੀ ਰਿਟਰਨ ਸ਼ੁਰੂ ਵਿੱਚ ਹਰ ਹਫ਼ਤੇ 800 ਯਾਤਰੀਆਂ ਨੂੰ ਕੈਂਪ ਕੀਤਾ ਜਾਵੇਗਾ ਤੇ 15 ਅਪ੍ਰੈਲ ਤੋਂ ਇਹ ਗਿਣਤੀ ਵਧਾ ਕੇ 1120 ਕਰ ਦਿੱਤੀ ਜਾਵੇਗੀ। ਨਵੇਂ ਇਨਫੈਕਸ਼ਨ ਅਤੇ ਚਿੰਤਾ ਦੇ ਤੇਜ਼ੀ ਨਾਲ ਬਦਲਦੇ ਰੂਪਾਂ ਦੇ ਪ੍ਰਬੰਧਾਂ ਵਿੱਚ ਸੁਤੰਤਰ ਮਾਹਿਰ ਸਮੀਖਿਆ ਤੋਂ ਬਾਅਦ ਅਤੇ ਹਰ ਇੱਕ ਹੋਟਲ ਵਿੱਚ ਵੈਂਟੀਲੇਸ਼ਨ ਸਿਸਟਮ ਵਿੱਚ ਇਸ ਦੇ ਬਦਲਦੇ ਵਾਇਰਸ ਦਾ ਜਵਾਬ ਕਿਵੇਂ ਦਿੱਤਾ ਜਾ ਸਕਦਾ ਹੈ, ਇਸ ਦਾ ਮੁਲਾਂਕਣ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਆਪਣੇ ਐਲਾਨ ਵਿੱਚ ਕਿਹਾ ਸੀ ਕਿ ਇਸ ਵਾਇਰਸ ਦੀਆਂ ਚੁਣੌਤੀਆਂ ਆਉਣ ਵਾਲੇ ਕੁਝ ਸਮੇਂ ਤੱਕ ਸਾਡੇ ਨਾਲ ਰਹਿਣਗੀਆਂ। ਇਸ ਲਈ ਅਸੀਂ ਮਾਹਿਰਾਂ ਦੀ ਸਲਾਹ ਸੁਣੀ ਅਤੇ ਇਹ ਯਕੀਨੀ ਕਰਨ ਲਈ ਜ਼ਰੂਰੀ ਬਦਲਾਅ ਕੀਤੇ ਕਿ ਅਸੀਂ ਵਿਕਟੋਰੀਆ ਦੇ ਲੋਕਾਂ ਨੂੰ ਸੁਰੱਖਿਅਤ ਰੱਖੀਏ। ਵਿਕਟੋਰੀਅਨ ਸਰਕਾਰ ਹੋਰਨਾਂ ਸੂਬਿਆਂ ਦੀਆਂ ਅਪੀਲਾਂ ਨਾਲ ਸੰਯੋਜਕ ਦੇ ਰੂਪ ਵਿੱਚ ਆਰਥਿਕ ਸਹਿਯੋਗ ਲਈ 1120 ਯਾਤਰੀਆਂ ਦੇ ਇੱਕ ਛੋਟੇ ਹਿੱਸੇ ਲਈ ਫੈਡਰਲ ਸਰਕਾਰ ਦੀ ਵਕਾਲਤ ਕਰ ਰਹੀ ਸੀ। ਹਾਲਾਂਕਿ ਸਥਾਨਕ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ-ਕਿਹੜੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ। ਸੂਬੇ ਨੇ ਮੌਜੂਦਾ ਹੋਟਲ ਕੁਆਰੰਟਾਈਨ ਵਿੱਚ ਕਈ ਸੁਧਾਰ ਕੀਤੇ ਨੇ। ਇਸ ਵਿੱਚ ਵੈਂਟੀਲੇਸ਼ਨ ਸਿਸਟਮ ਲਈ ਇੱਕ ਨਵਾਂ ਵਿਕਟੋਰੀਅਨ ਮਾਨਕ ਵਿਕਸਿਤ ਕਰਨਾ ਅਤੇ ਹੋਟਲਾਂ ਨੂੰ ਅਪਗ੍ਰੇਡ ਕਰਨਾ ਜਿੱਥੇ ਮਾਨਕਾਂ ਦੀ ਪਾਲਣਾ ਕਰਨੀ ਜ਼ਰੂਰੀ ਸੀ। ਮੈਡੀਕਲ ਸਲਾਹ ਦੇ ਆਧਾਰ ਤੇ ਕੁਆਰੰਟਾਈਨ ਤੋਂ ਬਾਅਦ ਦਿੱਤੇ ਗਏ ਫਾਲੋ-ਅਪ ਟੈਸਟਾਂ ਨਾਲ ਹੋਟਲ ਦੇ ਨਿਵਾਸੀਆਂ ਦੇ ਟੈਸਟ ਨੂੰ ਉਹਨਾਂ ਦੇ ਕੁਆਰੰਟਾਈਨ ਦੀ ਮਿਆਦ ਦੌਰਾਨ 2 ਤੋਂ 4 ਵਾਰ ਵਧਾਇਆ ਜਾਵੇਗਾ। ਪੇਸ਼ੇਵਰ ਡਾਕਟਰ, ਇੰਜੀਨੀਅਰਾਂ ਅਤੇ ਹੋਰਨਾਂ ਮਾਹਿਰਾਂ ਦੀ ਇੱਕ ਟੀਮ ਕੁਆਰੰਟਾਈਨ ਹੋਟਲਾਂ ਦੇ ਵੈਂਟੀਲੇਸ਼ਨ ਅਤੇ ਕਮਰੇ ਦਾ ਆਕਲਨ ਕਰੇਗੀ। ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਦੂਜੇ ਦੇਸ਼ ਜਾਂਦੇ ਨੇ। ਇਸ ਦੌਰਾਨ ਉਹਨਾਂ ਦੀ ਯੋਗਤਾ ਦਰਸਾਉਂਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਬ੍ਰਿਟੇਨ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਅਤੇ ਉਹ ਜਲਦੀ ਹੀ ਉੱਚ ਆਮਦਨ ਵਾਲੇ ਸਮੂਹ ਵਿੱਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਕਰਾਈ ਗਈ ਸਮੀਖਿਆ ਵਿੱਚ ਸਾਹਮਣੇ ਆਈ ਹੈ। ਬ੍ਰਿਟੇਨ ਵਿੱਚ ਨਸਲੀ ਅਸਮਾਨਤਾ ਦੇ ਦੋਸ਼ਾਂ ਵਿੱਚ ਇਹ ਸਰਕਾਰੀ ਰਿਪੋਰਟ ਸਾਹਮਣੇ ਆਈ ਹੈ। ਨਸਲੀ ਅਤੇ ਜਾਤੀ ਅਸਮਾਨਤਾ ਸੰਬੰਧੀ ਕਮਿਸ਼ਨ ਦੀ ਬੁੱਧਵਾਰ ਨੂੰ ਆਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਲਾਸ ਤਬਦੀਲੀ ਨਸਲੀ ਅਸਮਾਨਤਾ ਨੂੰ ਹੌਲੀ-ਹੌਲੀ ਦੂਰ ਕਰ ਦਿੰਦੀ ਹੈ। ਉਹ ਜੀਵਨ ਜਿਉਣ ਦੇ ਢੰਗਾਂ ਵਿੱਚ ਵੀ ਤਬਦੀਲੀ ਲਿਆਉਂਦਾ ਹੈ। ਅਜਿਹਾ ਪੂਰੇ ਬ੍ਰਿਟੇਨ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਰਿਪੋਰਟ ਵਿੱਚ BAME ਸ਼ਬਦ ਨੂੰ ਚਲਨ ਤੋਂ ਬਾਹਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦਾ ਅਰਥ ਹੈ ਬਲੈਕ, ਏਸ਼ੀਅਨ ਐਂਡ
ਮਾਈਨੋਰਟੀ ਐਥਨਿਕ ਹੁੰਦਾ ਹੈ। ਇਹਨਾਂ ਨੂੰ ਬ੍ਰਿਟਿਸ਼ ਇੰਡੀਆ ਦੇ ਨਾਮ ਜਿਹੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਮਿਲਣ ਵਾਲੀਆਂ ਸਫਲਤਾਵਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਵਿਦਿਆਰਥੀ ਸਮਾਜ ਦੇ ਕਿਸੇ ਵੀ ਵਰਗ ਦੇ ਹੋਣ, ਉਹਨਾਂ ਦੀ ਜਨਤਕ ਤਾਰੀਫ ਹੋਣੀ ਚਾਹੀਦੀ ਹੈ। ਸਫਲ ਵਿਦਿਆਰਥੀ ਨੂੰ ਪੂਰੇ ਯੂਨਾਈਟਿਡ ਕਿੰਗਡਮ ਲਈ ਉਦਾਹਰਣ ਦੇ ਤੌਰ ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸਾਰੇ ਵਰਗਾਂ ਦੇ ਵਿਦਿਆਰਥੀ ਉਹਨਾਂ ਤੋਂ ਪ੍ਰੇਰਿਤ ਹੋਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਜਿੱਤ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਆਖਰੀ ਤਾਰੀਖ 7 ਅਪ੍ਰੈਲ ਹੋਵੇਗੀ। 25 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਤੇ 28 ਅਪ੍ਰੈਲ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਇਸ ਵਾਰ ਚੋਣ ਮੈਦਾਨ 'ਚ ਅਕਾਲੀ ਦਲ, ਬਾਦਲ ਅਕਾਲੀ ਦਲ, ਦਿੱਲੀ ਤੋਂ ਇਲਾਵਾ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਾਲੀ ਜਾਗੋ ਪਾਰਟੀ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਜਥੇਬੰਦੀ, ਬਡਾਲਾ ਗਰੁੱਪ ਤੇ ਪੰਥਕ ਸੇਵਾ ਦਲ ਦੇ ਉਮੀਦਵਾਰਾਂ ਵਿੱਚ ਮੁੱਖ ਟੱਕਰ ਹੋਵੇਗੀ। ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਵਪਾਰ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਮਰਾਨ ਖਾਨ ਸਰਕਾਰ ਕੈਬਨਿਟ ਦੀ ਇਕਨੋਮਿਕ ਕੋਆਰਡੀਨੇਸ਼ਨ ਕਮੇਟੀ ਨੇ ਭਾਰਤ ਨਾਲ ਵਪਾਰ ਸੇਵਾ ਫਿਰ ਤੋਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੀ ਪਾਕਿਸਤਾਨ ਵਿੱਚ ਕਾਟਨ ਇੰਡਸਟਰੀ ਨੂੰ ਰਾਹਤ ਮਿਲੇਗੀ ਅਤੇ ਪਾਕਿਸਤਾਨ ਵਿੱਚ ਖੰਡ ਦੇ ਭਾਅ ਵਿੱਚ ਕਮੀ ਆ ਸਕੇਗੀ। ਇਕਨੋਮਿਕ ਕੋਆਰਡੀਨੇਸ਼ਨ ਕਮੇਟੀ ਨੇ ਅਹਿਮ ਫੈਸਲਾ ਲੈਂਦੇ ਹੋਏ ਭਾਰਤ ਨਾਲ ਵਪਾਰਕ ਸੰਬੰਧ ਮੁੜ ਤੋਂ ਬਹਾਲ ਕਰਨ ਦਾ ਫੈਸਲਾ ਲਿਆ। ਇਸ ਫੈਸਲੇ ਦੇ ਅਧੀਨ ਪਾਕਿਸਤਾਨ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ। ਰਿਪੋਰਟ ਮੁਤਾਬਕ ਪਾਕਿਸਤਾਨ ਦੀ ਟੈਕਸਟਾਈਲ ਇੰਡਸਟਰੀ ਕਾਟਨ ਦੀ ਕਮੀ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਟੈਕਸਟਾਈਲ ਇੰਡਸਟਰੀ ਪਾਕਿਸਤਾਨ ਸਰਕਾਰ ਤੇ ਭਾਰਤ ਤੋਂ ਕਾਟਨ ਖਰੀਦਣ ਲਈ ਦਬਾਅ ਬਣਾ ਰਹੀ ਸੀ। ਪਾਕਿਸਤਾਨ ਵਿੱਚ ਕਾਮਰਸ ਮਿਨਿਸਟਰੀ ਦਾ ਕਾਰਜਭਾਰ ਵੀ ਇਮਰਾਨ ਖਾਨ ਕੋਲ ਹੀ ਹੈ, ਲਿਹਾਜ਼ਾ ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੀ ਕਰਨਾ ਸੀ ਅਤੇ ਹੁਣ ਇਮਰਾਨ ਖਾਨ ਸਰਕਾਰ ਨੇ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦਾ ਫੈਸਲਾ ਕੀਤਾ ਹੈ। ਟੈਕਸਟਾਈਲ ਇੰਡਸਟਰੀ ਪਾਕਿਸਤਾਨ ਦੀ ਅਰਬ ਵਿਵਸਥਾ ਲਈ ਵੱਡਾ ਥੰਮ ਮੰਨਿਆ ਜਾਂਦਾ ਹੈ, ਪਰ ਪਿਛਲੇ ਸਾਲ ਤੋਂ ਪਾਕਿਸਤਾਨ ਟੈਕਸਟਾਈਲ ਇੰਡਸਟਰੀ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਵਿੱਚ ਕਾਟਨ ਦੀ ਭਾਰੀ ਕਮੀ ਹੋ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨ ਦੇ ਟੈਕਸਟਾਈਲ ਐਕਸਪੋਰਟਰਾਂ ਨੇ ਪਾਕਿਸਤਾਨ ਸਰਕਾਰ ਨੂੰ ਜਲਦ ਤੋਂ ਜਲਦ ਭਾਰਤ ਤੋਂ ਕਾਟਨ ਖਰੀਦਣ ਦੀ ਮੰਗ ਕੀਤੀ ਸੀ। ਟੈਕਸਟਾਈਲ ਐਕਸਪੋਰਟਰਾਂ ਨੇ ਇਮਰਾਨ ਖਾਨ ਨੂੰ ਕਿਹਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਦੀ ਟੈਕਸਟਾਈਲ ਇੰਡਸਟਰੀ ਦੀ ਹਾਲਤ ਨਾ ਵਿਗੜੇ ਤਾਂ ਜਲਦੀ ਭਾਰਤ ਤੋਂ ਕਾਟਨ ਖਰੀਦਣਾ ਸ਼ੁਰੂ ਕਰੋ। ਦਰਅਸਲ ਪਾਕਿਸਤਾਨ ਵਿੱਚ ਟੈਕਸਟਾਈਲ ਇੰਡਸਟਰੀ ਕੋਲ ਕਾਟਨ ਬਚਿਆ ਹੀ ਨਹੀਂ ਹੈ। ਉਸਮਾਨ ਕਿਵੇਂ ਬਣਾਵੇ ਦੱਸ ਦਈਏ ਕਿ ਬਾਲਕੋਟ 에ਅਰ ਸਟ੍ਰੀਕ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਕਾਟਨ ਖਰੀਦਣਾ ਬੰਦ ਕਰ ਰੱਖਿਆ ਸੀ। ਇਮਰਾਨ ਖਾਨ ਸਰਕਾਰ ਨੇ ਭਾਰਤ ਨਾਲ ਵਪਾਰਕ ਸੰਬੰਧ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਫੈਸਲਾ ਇਸੇ ਫਸਲ ਤੋਂ ਲਾਗੂ ਕਰਨ ਕਾਰਨ ਪੰਜਾਬ ਸਰਕਾਰ ਦੀ ਵੱਡੀ ਕੁੜਿੱਕੀ 'ਚ ਫਸ ਗਈ ਹੈ, ਕਿਉਂਕਿ ਰਾਜ ਦਾ ਸਰਕਾਰੀ ਤੰਤਰ ਇੱਕ ਪਾਸੇ ਸਿੱਧੀ ਅਦਾਇਗੀ ਲਈ ਤਿਆਰ ਨਹੀਂ, ਜਦੋਂ ਕਿ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਗੁਆਂਢੀ ਰਾਜ ਹਰਿਆਣਾ ਵੱਲੋਂ ਇਹ ਖਰੀਦ ਪ੍ਰਕਿਰਿਆ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਵੀ ਫੈਸਲਾ ਲੈ ਲਿਆ ਗਿਆ ਹੈ। ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਵੱਲੋਂ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਸਪਸ਼ਟ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਹੁਣ ਰਾਜ ਲਈ ਸਿੱਧੀ ਅਦਾਇਗੀ ਲਈ ਸਮੇਂ ਦੀ ਮਿਆਦ 'ਚ ਹੋਰ ਵਾਅਦਾ ਨਹੀਂ ਕਰੇਗੀ, ਜਦੋਂ ਕਿ ਭਾਰਤ ਸਰਕਾਰ ਦੇ ਸਕੱਤਰ ਖੁਰਾਕ ਵੱਲੋਂ ਪੰਜਾਬ ਨੂੰ ਕੇਂਦਰ ਦੇ ਇਸ ਫੈਸਲੇ ਤੋਂ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ। ਸੂਬੇ ਵਿੱਚ ਹੁਣ ਤੱਕ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਆੜ੍ਹਤੀਆਂ ਰਾਹੀਂ ਹੁੰਦੀ ਰਹੀ ਹੈ, ਜਦੋਂ ਕਿ ਮਗਰਲੇ ਸਮੇਂ ਦੌਰਾਨ ਕਈ ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਮੰਗ ਕਰਦੀਆਂ ਰਹੀਆਂ ਨੇ ਅਤੇ ਇੱਕ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਇਹ ਮਾਮਲਾ ਕਿਸਾਨਾਂ ਤੇ ਛੱਡ ਦਿੱਤਾ ਸੀ ਕਿ ਭਾਵੇਂ ਉਹ ਆੜ੍ਹਤੀ ਤੋਂ ਬੈਂਕ ਟ੍ਰਾਂਸਫਰ ਰਾਹੀਂ ਅਦਾਇਗੀ ਲੈਣ ਜਾਂ ਸਰਕਾਰੀ ਏਜੰਸੀਆਂ ਤੋਂ ਸਿੱਧੀ ਅਦਾਇਗੀ ਲੈਣ, ਇਹ ਉਹਨਾਂ ਦੀ ਮਰਜ਼ੀ ਹੋਵੇਗੀ। ਪਰ ਕਿਸਾਨ ਅੰਦੋਲਨ ਦੌਰਾਨ ਮਿਲਦੀਆਂ ਰਹੀਆਂ ਅਜਿਹੀਆਂ ਰਿਪੋਰਟਾਂ ਕਿ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਜ਼ੋਰਦਾਰ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਅੰਦੋਲਨ ਜਾਰੀ ਰੱਖਣ ਲਈ ਮੁੱਖ ਮਾਲੀ ਮਦਦ ਵੀ ਉਹਨਾਂ ਰਾਹੀਂ ਮਿਲ ਰਹੀ ਹੈ, ਕਾਰਨ ਕੇਂਦਰ ਸਰਕਾਰ ਨੇ ਸਖਤ ਰੁਖ ਅਪਣਾਉਂਦਿਆਂ ਇਹ ਫੈਸਲਾ ਲਿਆ। ਦਿਲਚਸਪ ਗੱਲ ਇਹ ਹੈ ਕਿ ਦੇਸ਼ ਦੇ ਕੋਈ 12 ਹੋਰ ਰਾਜ ਪਹਿਲਾਂ ਹੀ ਖਰੀਦੀਆਂ ਜਾਣ ਵਾਲੀਆਂ ਫਸਲਾਂ ਦੀ ਅਦਾਇਗੀ ਕਿਸਾਨਾਂ ਨੂੰ ਸਿੱਧੀ ਕਰ ਰਹੇ ਹਨ ਤੇ ਇਸ ਮੰਤਵ ਲਈ ਉਹਨਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਆਦਿ ਦਾ ਸਮੁੱਚੇ ਰਿਕਾਰਡ ਦਾ ਡਾਟਾ ਵੀ ਬਣਾ ਲਿਆ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹੁਣ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਹਰਿਆਣਾ ਦੀ ਤਰਜ਼ ਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਅਤੇ ਜ਼ਮੀਨਾਂ ਠੇਕੇ ਤੇ ਦੇਣ ਵਾਲੇ ਕਿਸਾਨਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਸ ਅਦਾਇਗੀ ਨਾਲ ਇਹ ਨੋਟ ਦਿੱਤਾ ਜਾਵੇ ਕਿ ਉਕਤ ਅਦਾਇਗੀ ਜ਼ਮੀਨ ਦੀ ਮਲਕੀਅਤ ਲਈ ਦਾਅਵੇ ਦਾ ਸਬੂਤ ਨਹੀਂ ਬਣ ਸਕੇਗੀ।
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਪ੍ਰਤੀ ਸਖਤ ਰੁਖ ਅਪਣਾਉਂਦਿਆਂ ਮਗਰਲੇ ਸਾਲ ਤੋਂ ਹੀ ਆੜ੍ਹਤੀਆਂ ਦੀ ਆੜ੍ਹਤ ਨੂੰ ਵੀ ਕਣਕ ਦੇ ਖਰੀਦ ਮੁੱਲ ਨਾਲੋਂ ਵੱਖ ਕਰ ਦਿੱਤਾ ਸੀ ਅਤੇ ਹੁਣ ਆੜ੍ਹਤੀ ਫਸਲ ਦੇ ਖਰੀਦ ਮੁੱਲ ਦੇ 2.5% ਕਮਿਸ਼ਨ ਨਹੀਂ ਮੰਗ ਸਕਣਗੇ ਅਤੇ ਕੇਂਦਰ ਨੇ ਇਸ ਲਈ ਕੋਈ 42 ਰੁਪਏ ਦੇ ਕਰੀਬ ਮਗਰਲੀ ਖਰੀਦ ਮੌਕੇ ਬਣਦੀ ਕਮਿਸ਼ਨ ਨੂੰ ਆਉਂਦੇ ਸਮੇਂ ਲਈ ਨਿਰਧਾਰਿਤ ਕਰ ਦਿੱਤੀ ਸੀ। ਰਾਜ ਸਰਕਾਰ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਸੂਬੇ 'ਚ ਕਣਕ ਦੀ ਖਰੀਦ ਦਾ ਸਮੁੱਚਾ ਕੰਮ 25 ਕੁ ਦਿਨਾਂ 'ਚ ਪੂਰਾ ਕੀਤਾ ਜਾਣਾ ਹੁੰਦਾ ਹੈ ਅਤੇ ਇਹ ਸਾਰੇ ਕੰਮ ਵਿੱਚ ਕਣਕ ਦੀ ਤੇਜ਼ੀ ਨਾਲ ਮੰਡੀਆਂ 'ਚ ਚੁਕਾਈ ਅਤੇ ਢੁਆਈ ਜ਼ਰੂਰੀ ਹੈ ਕਿਉਂਕਿ ਮੌਸਮ ਖਰਾਬ ਹੋਣ ਕਾਰਨ ਫਸਲ ਦਾ ਨੁਕਸਾਨ ਹੋ ਸਕਦਾ ਹੈ ਜੋ ਕਿ ਰਾਜ ਸਰਕਾਰ ਨੂੰ ਦੇਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਮਗਰਲੇ ਸਾਲ ਦੌਰਾਨ ਕੇਂਦਰ ਵੱਲੋਂ ਸੂਬੇ ਤੋਂ ਕਣਕ ਦੀ ਢੁਆਈ ਦੀ ਰਫ਼ਤਾਰ ਬਹੁਤ ਘੱਟ ਰਹਿਣ ਕਾਰਨ ਜਿੱਥੇ ਸੂਬੇ ਨੂੰ ਖਰੀਦ ਕਣਕ ਦੀ ਅਦਾਇਗੀ ਵਿੱਚ ਦੇਰੀ ਹੋ ਰਹੀ ਹੈ ਵਾਧੂ ਵਿਆਜ ਪੈ ਰਿਹਾ ਹੈ ਕਿਉਂਕਿ ਕੇਂਦਰ ਕਣਕ ਦੀ ਖਰੀਦ ਦੀ ਕੀਮਤ ਸੂਬੇ ਤੋਂ ਚੁਕਾਈ ਮੌਕੇ ਦਿੰਦਾ ਹੈ। ਬੁਲਾਰੇ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਨੂੰ ਸਟੋਰ ਕਰਨ ਲਈ ਲੋੜੀਂਦੇ ਗੋਦਾਮ ਖਾਲੀ ਨਾ ਹੋਣ ਕਾਰਨ ਇਸ ਨਾਲ ਬਹੁਤੀ ਕਣਕ ਦੀ ਫਸਲ ਨੂੰ ਖੁੱਲੇ 'ਚ ਰੱਖਣਾ ਪਵੇਗਾ ਤੇ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਮੀਂਹ ਕਾਰਨ ਖਰਾਬ ਹੋਣ ਵਾਲੀ ਕਣਕ ਕੇਂਦਰ ਵੱਲੋਂ ਨਹੀਂ ਚੁੱਕੀ ਜਾਂਦੀ। ਬੁਲਾਰੇ ਨੇ ਕਿਹਾ ਕਿ ਆਖਰੀ ਮੌਕੇ ਕੇਂਦਰ ਵੱਲੋਂ ਇਹੋ ਜਿਹਾ ਸਖਤ ਰੁਖ ਅਪਣਾਉਣਾ ਅਤ ਮੰਦਭਾਗਾ ਹੈ ਕਿਉਂਕਿ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਸਿੱਧੀ ਅਦਾਇਗੀ ਲਈ ਰਜਿਸਟਰ ਕਰਨਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਕਿਉਂਕਿ ਸਿੱਧੀ ਅਦਾਇਗੀ ਲਈ ਬੈਂਕਾਂ ਦੇ ਨਾਵਾਂ ਆਦਿ ਦੀ ਜਾਣਕਾਰੀ ਵਿੱਚ ਇੱਕ ਲਫ਼ਜ਼ ਦੀ ਗਲਤੀ ਨਾਲ ਵੀ ਬੈਂਕ ਅਦਾਇਗੀ ਰੁਕ ਜਾਵੇਗੀ ਜਿਸ ਕਾਰਨ ਕਿਸਾਨਾਂ ਨੂੰ ਸਿੱਧੀ ਅਦਾਇਗੀ ਨੂੰ ਲੈ ਕੇ ਇੱਕ ਵੱਡਾ ਕੜਮਾਸ ਤੇ ਸੰਕਟ ਖੜਾ ਹੋ ਜਾਵੇਗਾ। ਕਿਸਾਨਾਂ ਨੂੰ ਸਿੱਧੀ ਅਦਾਇਗੀ ਲਈ ਇੱਕ ਕੰਪਿਊਟਰ ਸੌਫਟਵੇਅਰ ਦੀ ਵੀ ਲੋੜੀਂਦਾ ਹੋਵੇਗਾ। ਰਾਜ ਸਰਕਾਰ ਜਿਸ ਵੱਲੋਂ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਣੀ ਹੈ ਨੂੰ ਕੇਂਦਰ ਵੱਲੋਂ ਕੈਸ਼ ਕਰਜ਼ਾ ਲਿਮਟ ਦਾ ਵੀ ਇੰਤਜ਼ਾਰ ਹੈ ਜੋ ਕਿ ਰਾਜ ਸਰਕਾਰ ਵੱਲੋਂ ਕੋਈ 30,000 ਕਰੋੜ ਰੁਪਏ ਦੀ ਮੰਗ ਰੱਖੀ ਗਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।